जे इंसान अपने जीवन दे विच कुछ ठान लवे तो मंजिल एक ना एक दिन उसनू जरूर मिलती है। चाहे कई औंकड़ा दा उन्हें सामना करना पवे, कई परेशानियां दा सामना करना पवे, किसी नूं उहदी मंजिल मिलनी लगभग हुण तय है। तुसीं मेरे पीछे देख रहे हो, असीं गल कर रहे हैं नजायज़ कट्टां दी। ये नजायज़ कट इहो जिहे कई कट हैं शहर दे विच। नैशनल हाईवे ते कट है, पटियाला रोड ते कट है, शहर दे विच कट है जिन्हां ने कई जिंदगियां जड़ियां है, कीमती जिंदगियां जड़ियां है वो लै लईयां, कई घर उजाड़ते। दिक्कत नूं लेके जाना पिया कि यह मौत दे कट हैं जो जिन्हां नूं आपां रॉन्ग इलीगल मीडियन कट्स कहने आ, जो कि लोकां ने अपने फायदे लई विच बनाए हैं, प्लैंड नहीं हैगे। यह मौत दे कट हैं जिन्हां ने लोकां जानां इन्नियां ले लियां। ये सारा प्रशासन की मिली भुगत नाल होया। डायरैक्शन हुई है ਉਹ ਨੇ डायरैक्टर लोकल बॉडीज, एक्सन, PWD ਤੇ NHI ਤੇ ਨਗਰ ਕੌਂਸਲ ਐਗਜ਼ੈਕਟਿਵ ਆਫੀਸਰ ਨੂੰ ਇਹ ਡਾਇਰੈਕਸ਼ਨਸ ਹੋਈਆਂ ਹੈ ਤਾਂ ਕਿ ਇਹ 2 ਮਹੀਨਿਆਂ ਦੇ ਵਿੱਚ ਇਹਨਾਂ ਕੱਟਸ ਨੂੰ ਬੰਦ ਕਰਨ। ਜੋ ਕਿ ਇੱਕ ਤਾਂ ਤੁਸੀਂ ਦਿਖਾਈ ਦਿੱਤਾ ਗੁਰੂ ਨਾਨਕ ਇੰਡਸਟਰੀ ਦਾ ਆਹ ਮੇਨ ਕੱਟ ਜੋ ਸੀਗਾ, ਬੀਕਾਨੇਰ ਸਵੀਟ ਦੇ ਸਾਹਮਣੇ ਜੋ ਕੱਟ ਨੇ, ਹੋਰ ਰਾਜਪੁਰਾ ਜਾਂਦੇ ਹੋਏ ਬਥੇਰੇ ਕੱਟ ਨੇ। ਅਸੀਂ ਨੈਸ਼ਨਲ ਹਾਈਵੇ ਜਿਹੜਾ ਹੈਗਾ ਲੁਧਿਆਣਾ ਅੰਬਾਲਾ ਨੈਸ਼ਨਲ ਹਾਈਵੇ ਤੇ ਜਿਹੜਾ ਈਗਲ ਮੋਟਲ ਦੇ ਸਾਹਮਣੇ, ਮਯੂਰ ਹੋਟਲ ਦੇ ਸਾਹਮਣੇ ਜਿਹੜਾ ਕੱਟ ਹੈ ਇਹਨਾਂ ਨੇ ਇਲੀਗਲੀ ਦਿੱਤਾ ਹੋਇਆ ਹੈ, ਜੋ ਕਿ ਇੱਕ ਅਣਜਾਣ ਬੰਦਾ ਜਿਹੜਾ ਉਸ ਸੜਕ ਤੋਂ ਲੰਘਦਾ ਜਿਹਨੂੰ ਕੁਝ ਨਹੀਂ ਪਤਾ ਹੁੰਦਾ ਹੈਗਾ ਉਹ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ। ਤੁਹਾਨੂੰ ਲੱਗਦਾ ਵੀ ਤੁਸੀਂ ਕਿੰਨੇ ਵੱਡੇ ਵੱਡੇ ਮਗਰਮੱਛਾਂ ਨਾਲ ਵੈਰ ਲੈ ਰਹੇ ਹੋ, ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਵੀ ਇਹ ਚੀਜ਼ ਭੁਗਤਣੀ ਪੈ ਸਕਦੀ ਆ। ਸੋਚ ਕੇ ਪਹਿਲਾਂ ਹੀ ਇਸ ਚੀਜ਼ ਦੀ ਤਿਆਰੀ ਕੀਤੀ ਹੋਈ ਹੈਗੀ ਹੈ। ਜੇ ਡਰ ਹੁੰਦਾ ਤਾਂ ਸ਼ਾਇਦ ਇਹ ਕਦਮ ਨਾ ਚੱਕਦੇ। ਕੋਈ ਡਰ ਨਹੀਂ ਹੈਗਾ, ਮਜ਼ਬੂਤ ਖੜੇ ਆ ਤੇ ਖੜੇ ਰਵਾਂਗੇ। ਮੈਂ ਬੜਾ ਹੈਰਾਨ ਸੀਗਾ ਕਿ ਆਮ ਬੰਦਾ ਜਦ ਇੱਕ ਇੱਟ ਵੀ ਲਾਂਦਾ ਬਿਨਾਂ ਨਕਸ਼ੇ ਤੋਂ ਜਾਂ ਕਿੱਥੇ ਉਹਨੂੰ ਲੱਗ ਸਰਕਾਰ ਦੀ ਇੱਕ ਇੱਟ ਵੀ ਤੋੜਦਾ ਤਾਂ ਪ੍ਰਸ਼ਾਸਨ ਅਧਿਕਾਰੀ ਮਿੰਟ ਤੋਂ ਪਹਿਲੇ JCB ਲੈ ਕੇ ਜਾਂ ਕੋਈ ਨਾ ਕੋਈ ਕਾਰਵਾਈ ਉਹਦੇ ਪਹੁੰਚ ਜਾਂਦੇ ਆ। ਇੰਨਾ ਵੱਡਾ ਕੱਟ ਲੱਗਿਆ, ਤੁਸੀਂ ਵੀ ਇਸ ਚੀਜ਼ ਨੂੰ ਹਾਈਲਾਈਟ ਕੀਤਾ ਤਾਂ ਮੈਂ ਇਹਨੂੰ ਸੁਣ ਕੇ ਬੜਾ ਦੇਖ ਕੇ ਬੜਾ ਦੁੱਖ ਹੋਇਆ ਕਿ ਇੰਨਾ ਵੱਡਾ ਕੱਟ ਵੀ ਅਗਰ ਕਿਸ ਲਈ, ਕਿਹਦੇ ਫਾਇਦੇ ਲਈ। ਅਗਰ ਇੱਕ ਫੌਜੀ ਇਹ ਸੋਚ ਲਵੇ ਕਿ ਮੈਂ ਬਾਰਡਰ 'ਤੇ ਖੜਾ, ਕਿਸ ਟਾਈਮ ਵੀ ਮੈਨੂੰ ਗੋਲੀ ਲੱਗ ਸਕਦੀ ਹੈ, ਤਾਂ ਕੋਈ ਵੀ ਜਿਹੜਾ ਫੌਜੀ ਹੈ ਕੋਈ ਭਰਤੀ ਨਹੀਂ ਹੋਏਗਾ ਤਾਂ ਬਾਰਡਰ ਖਾਲੀ ਰਹਿਣਗੇ। ਜੇ ਅਸੀਂ ਇਹ ਸੋਚ ਲਈਏ ਕਿ ਨਹੀਂ ਵੀ ਸਾਡੇ ਨਾਲ ਇਹ ਹੋ ਸਕਦਾ, ਸਾਡੇ ਨਾਲ ਉਹ ਹੋ ਸਕਦਾ, ਜੇ ਅਸੀਂ ਸੋਚਣ ਲੱਗ ਗਏ ਅਸੀਂ ਕੁਝ ਨਹੀਂ ਕਰ ਸਕਦੇ, ਅਸੀਂ ਫਿਰ ਆਪਣੇ ਘਰ ਦੀ ਸਿਕਿਉਰਿਟੀ ਤੱਕ ਨਹੀਂ ਕਰ ਪਾਵਾਂਗੇ। ਉਹਨੂੰ ਇਹ ਜ਼ਰੂਰ ਕਹਾਂਗਾ ਵੀ ਜਦੋਂ ਵੀ ਮੇਰੇ ਪ੍ਰਤੀ ਕੁਝ ਕਰਨਾ ਚਾਹੁੰਦੇ ਨੇ, ਠੀਕ ਹੈ ਜੀ, ਮੈਨੂੰ ਜਿਹੜੀ ਮਰਜ਼ੀ ਗੋਲੀ ਹਥਿਆਰ ਦੇ ਨਾਲ ਮਾਰਨ, ਪਰ ਮੈਂ ਚਾਹੁੰਦਾ ਵੀ ਇੱਜ਼ਤ ਦੀ ਮੌਤ ਦੇਣ। ਸਿਰਫ ਮੈਨੂੰ ਦੱਸ ਦੇਣ ਵੀ ਮੈਨੂੰ ਕਿਹੜੀ ਗੱਲੋਂ ਆ, ਕਿ ਤਾਂ ਕਿ ਮੈਨੂੰ ਉੱਤੇ ਜਾਣ ਲੱਗਿਆ ਇਸ ਚੀਜ਼ ਦਾ ਸ਼ਿਕਵਾ ਨਾ ਹੋਵੇ ਕਿ ਆਣਾ ਹੀ ਮੌਤ ਮਰ ਗਏ। ਬਾਕੀ ਜੇ ਮੇਰੇ ਮਰਨ ਦੇ ਨਾਲ ਜਾਂ ਮੇਰੀ ਜ਼ਿੰਦਗੀ 'ਚੋਂ ਜਾਣ ਦੇ ਨਾਲ ਜਾਂ ਮੇਰੀ ਬਰਬਾਦੀ ਨਾਲ ਰਾਜਪੁਰਾ ਦੇ ਵਿੱਚ ਮੇਰੇ ਭੈਣ ਭਰਾਵਾਂ ਦੇ ਕਤਲ, ਇਹ ਸੜਕ ਤੇ ਕਤਲ ਹੋਣੋਂ ਬਚ ਜਾਂਦੇ ਨੇ, ਉਹਨਾਂ ਦੇ ਘਰ ਬਚ ਜਾਂਦੇ ਨੇ, ਸੋ ਮੈਂ ਬਹੁਤ ਧੰਨਵਾਦੀ ਹੋਵਾਂਗਾ ਉਹਨਾਂ ਦਾ। ਜੇ ਇਨਸਾਨ ਆਪਣੇ ਜੀਵਨ ਦੇ ਵਿੱਚ ਕੁਝ ਠਾਣ ਲਵੇ ਤਾਂ ਮੰਜ਼ਿਲ ਇੱਕ ਨਾ ਇੱਕ ਦਿਨ ਉਸਨੂੰ ਜ਼ਰੂਰ ਮਿਲਦੀ ਹੈ। ਮੈਂ ਹਾਂ ਸੰਦੀਪ ਚੌਧਰੀ, ਮੈਂ ਤੁਹਾਡਾ ਸਵਾਗਤ ਕਰਦਾ ਹਾਂ ਨਿਊਜ਼ 89 ਪੰਜਾਬ ਦੇ ਵਿੱਚ। ਅੱਜ ਅਸੀਂ ਤੁਹਾਨੂੰ ਇਹ ਗੱਲ ਇਸ ਕਰਕੇ ਕਹਿ ਰਹੇ ਹਾਂ ਕਿ ਇਨਸਾਨ ਜੇ ਕੁਝ ਆਪਣੇ ਜੀਵਨ ਦੇ ਵਿੱਚ ਠਾਣ ਲੈਂਦਾ ਤਾਂ ਉਹਨੂੰ ਮੰਜ਼ਿਲ ਇੱਕ ਨਾ ਇੱਕ ਦਿਨ ਜ਼ਰੂਰ ਮਿਲਦੀ ਹੈ। ਚਾਹੇ ਕਈ ਔਂਕੜਾ ਦਾ ਉਹਨੂੰ ਸਾਹਮਣਾ ਕਰਨਾ ਪਵੇ, ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇ। ਤੇ ਇਹ ਚੀਜ਼ ਅੱਜ ਦੇਖਣ ਨੂੰ ਮਿਲੀ ਹੈ ਰਾਜਪੁਰਾ ਸ਼ਹਿਰ ਦੇ ਵਿੱਚ। ਕਿਸੇ ਨੂੰ ਉਹਦੀ ਮੰਜ਼ਿਲ ਮਿਲਣੀ ਲਗਭਗ ਹੁਣ ਤੈਅ ਹੈ। ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ, ਅਸੀਂ ਗੱਲ ਕਰ ਰਹੇ ਹਾਂ ਨਜਾਇਜ਼ ਕੱਟਾਂ ਦੀ। ਨਜਾਇਜ਼ ਕੱਟਾਂ ਕਰਕੇ ਬਹੁਤ ਲੋਕਾਂ ਦੀ ਜ਼ਿੰਦਗੀ ਖਤਮ ਹੋ ਜਾਂਦੀ ਹੈ, ਲੋਕਾਂ ਨੂੰ ਜ਼ਿੰਦਗੀ ਤੋਂ ਆਪਣੀ ਹੱਥ ਧੋਣਾ ਪੈ ਜਾਂਦਾ ਹੈ ਤੇ ਕਈ ਪਰਿਵਾਰ ਜਿਹੜੇ ਹੈ ਇਨ ਕੱਟਾਂ ਕਰਕੇ ਉਜੜ ਵੀ ਜਾਂਦੇ ਹੈ। ਲੇਕਿਨ ਕਈ ਪਰੇਸ਼ਾਨੀਆਂ ਇਹ ਜੀ ਆ ਜਾਂਦੀਆਂ ਲੋਕਾਂ ਦੇ ਅੱਗੇ ਕਿ ਲੋਕਾਂ ਨੂੰ उस परेशानी नूं अनदेखी करके ये मसलियां नूं छड्डना पैंदा है। लेकिन कुछ लोग अपने जीवन दे विच इस दुनिया दे विच इहो जिहे भी हैं जिहड़े पैसे दी लालच ना करते हुए लोकां दी जिंदगी नूं पहल दिंदे हैं ते ओह इन्नी क एफर्ट करते हैं कि एक ना एक दिन उन्हां नूं मंजिल मिलती है। जी हाँ, तुसीं मेरे सामने देखदे हो, ये असीं खबर नशर कीती सी गुरु नानक इंडस्ट्री दे सामने, गुरु नानक मैकेनिकल दे सामने ये नजायज़ कट। इहो जिहे कई कट हैं शहर दे विच। नैशनल हाईवे ते कट है, पटियाला रोड ते कट है, शहर दे विच कट है जिन्हां ने कई जिंदगियां जड़ियां है, कीमती जिंदगियां जड़ियां है वो लै लईयां, कई घर उजाड़ते।
ਲੇਕਿਨ ਹੁਣ ਕਿਤੇ ਨਾ ਕਿਤੇ ਕਾਮਯਾਬੀ ਜਿਹੜੀ ਹੈ ਉਹ ਮਿਲਣ ਦੇ ਸਾਰ ਪੂਰੇ ਨਜ਼ਰ ਆਣੇ ਸ਼ੁਰੂ ਹੋ ਗਏ ਹੈ। ਇਹ ਕਰ ਦਿਖਾਇਆ ਐਡਵੋਕੇਟ ਸੁਨੈਨਾ, ਜਿਹੜੇ ਕਿ ਹਾਈ ਕੋਰਟ ਦੇ ਵਿੱਚ, ਮਾਨਯੋਗ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰਦੇ ਆ। ਇਹਨਾਂ ਨੂੰ ਲੱਗਿਆ ਕਿ ਮੈਨੂੰ ਇਹ ਕਦਮ ਚੱਕਣਾ ਚਾਹੀਦਾ। ਇਹਨਾਂ ਦੀ ਮਦਦ ਜਿਹੜੀ ਕੀਤੀ ਪਾਰਸ਼ਦ ਪਵਨ ਮੁਖੇਜਾ ਜੀ ਐਡਵੋਕੇਟ ਵੀ ਹੈਗੇ, ਇਹ ਖੜੇ ਆ ਉਪਕਾਰ ਸਿੰਘ ਜੀ ਐਡਵੋਕੇਟ ਸਮਾਜ ਸੇਵੀ, ਜਿਹੜੇ ਸਮੇਂ-ਸਮੇਂ ਤੇ ਗੱਲਾਂ ਚੱਕਦੇ ਆ। ਮੁਖੇਜਾ ਜੀ ਵੱਲੋਂ ਸਮੇਂ-ਸਮੇਂ ਤੇ ਗੱਲਾਂ ਚੱਕੀ ਜਾਂਦੀਆਂ ਸ਼ਹਿਰ ਦੇ ਮੁੱਦਿਆਂ ਨੂੰ ਲੈ ਕੇ। ਇਹਨਾਂ ਨੇ ਐਫਰਟ ਕੀਤੀ, ਇਹਨਾਂ ਦੀ ਟੀਮ ਨੇ ਐਫਰਟ ਕੀਤੀ ਤੇ ਇਹ ਜੋ ਮੇਰੇ ਹੱਥ 'ਚ ਤੁਸੀਂ ਦੇਖ ਰਹੇ ਹੋ, ਇਹ ਕਈ ਲੋਕਾਂ ਨੂੰ ਜਿਹੜਾ ਹੈ ਨੋਟਿਸ ਹੋਇਆ। ਪਹਿਲਾਂ ਲੋਕਲ ਬਾਡੀਜ਼ ਨੂੰ ਨੋਟਿਸ ਹੋਇਆ, ਡਿਪਟੀ ਕਮਿਸ਼ਨਰ ਪਟਿਆਲਾ ਨੂੰ ਨੋਟਿਸ ਹੋਇਆ, ਐਸਐਸਪੀ ਪਟਿਆਲਾ, ਐਕਸੀਐਨ ਪੀਡਬਲਿਊਡੀ ਤੇ ਐਨਐਚਏਆਈ ਨੂੰ ਨੋਟਿਸ ਹੋਇਆ, ਐਕਸੀਐਨ ਪੀਡਬਲਿਊਡੀ ਨੂੰ ਅਤੇ ਈਓ ਰਾਜਪੁਰਾ ਨੂੰ। ਇਨ ਕੱਟਾਂ ਨੂੰ ਲੈ ਕੇ ਜਲਦੀ ਤੋਂ ਜਲਦੀ ਕੋਈ ਫੈਸਲਾ ਲੈਣ ਵਾਸਤੇ ਹਾਈ ਕੋਰਟ ਨੇ ਡਾਇਰੈਕਸ਼ਨਾਂ ਕੀਤੀਆਂ। ਬਾਕੀ ਜਿਹੜੀ ਸਾਰੀ ਗੱਲ ਆਪਾਂ ਨੂੰ ਜਾਣਕਾਰੀ ਦੇਣਗੇ, ਸਾਡੇ ਨਾਲ ਮੌਜੂਦ ਹੈ ਐਡਵੋਕੇਟ ਸੁਨੈਨਾ ਜੀ। ਸੁਨੈਨਾ ਜੀ, ਪਹਿਲਾਂ ਤਾਂ ਮੈਂ ਤੁਹਾਨੂੰ ਬਹੁਤ ਮੁਬਾਰਕਾਂ ਦਾਂਗਾ, ਜਿਹੜੀ ਤੁਸੀਂ ਲੜਾਈ ਸ਼ੁਰੂ ਕੀਤੀ ਸੀ, ਅੱਜ ਤੁਹਾਨੂੰ ਕਿਤੇ ਨਾ ਕਿਤੇ ਕਾਮਯਾਬੀ ਮਿਲਣੀ ਸ਼ੁਰੂ ਹੋ ਗਈ ਹੈ। ਔਰ ਲੱਗਦਾ ਵੀ ਕਾਮਯਾਬੀ ਮਿਲੇਗੀ ਵੀ ਜ਼ਰੂਰ। ਇਹ ਕੱਟ ਬੰਦ ਹੋਣਗੇ ਤਾਂ ਲੋਕਾਂ ਦੀ ਜ਼ਿੰਦਗੀ ਬਚੇਗੀ, ਲੋਕ ਤੁਹਾਨੂੰ ਦੁਆਵਾਂ ਵੀ ਦੇਣਗੇ। ਤੁਸੀਂ ਸਾਨੂੰ ਸਾਰੀ ਗੱਲ ਦੱਸੋ ਵੀ ਇਹ ਲੜਾਈ ਕਦ ਤੋਂ ਸ਼ੁਰੂ ਹੋਈ ਤੇ ਅੱਜ ਇਹ ਕਾਮਯਾਬੀ ਤੁਹਾਨੂੰ ਮਿਲੀ ਹੈ, ਤੁਸੀਂ ਦੱਸੋ। ਲੜਾਈ ਸਿਰਫ ਕੱਲੀ ਮੇਰੀ ਨਹੀਂ ਸੀਗੀ, ਸਭ ਨੇ ਸਾਥ ਦਿੱਤਾ, ਸਭ ਦਾ ਸਹਿਯੋਗ ਸੀਗਾ ਤਾਂ ਆਪਾਂ ਇਸ ਮੁਕਾਮ ਤੇ ਪਹੁੰਚੇ ਹਾਂ ਕਿ ਸ਼ਾਇਦ ਉਹ ਮੰਜ਼ਿਲ ਹਾਸਿਲ ਹੋ ਸਕੇ। ਇਹ ਆਪਾਂ ਨੇ ਲੜਾਈ ਸ਼ੁਰੂ ਕਰ ਦਿੱਤੀ ਸੀ ਜੁਲਾਈ ਤੋਂ, ਕਹੀਏ ਤਾਂ ਜੁਲਾਈ ਤੋਂ, ਜਿਹੜੀ ਕਾਗਜ਼ੀ ਕਾਰਵਾਈ ਸੀ। ਨਹੀਂ ਤਾਂ ਸ਼ਾਇਦ ਪਿਛਲੇ ਸਾਲ ਤੋਂ 2 ਸਾਲ ਤੋਂ ਬਹੁਤ ਪੁਰਾਣੀ ਲੜਾਈ ਚੱਲਦੀ ਆ ਰਹੀ ਹੈ। ਅਸੀਂ ਰਿਪਰੈਜ਼ੈਂਟੇਸ਼ਨਸ ਭੇਜੀਆਂ ਅਥਾਰਟੀਜ਼ ਨੂੰ, ਐਨਐਚਏਆਈ ਨੂੰ ਭੇਜੀ, ਐਕਸਐਨ ਨੂੰ ਭੇਜੀ, ਡੀਸੀ ਨੂੰ ਭੇਜੀ, ਪਰ ਕੁਝ ਨਹੀਂ ਹੋਇਆ। ਲੀਗਲ ਨੋਟਿਸ ਭੇਜਿਆ ਪਰ ਕੋਈ ਜਵਾਬ ਨਹੀਂ ਆਇਆ। ਸਾਰਾ ਪ੍ਰਸ਼ਾਸਨ ਸੁੱਤਾ ਪਿਆ ਸੀਗਾ। ਆਖਿਰ ਦੇ ਵਿੱਚ ਸਾਨੂੰ ਅੱਕ ਕੇ ਜਦੋਂ ਇਹਨਾਂ ਤੋਂ ਕੋਈ ਜਵਾਬ ਨਹੀਂ ਆਇਆ, ਉਦੋਂ ਸਾਨੂੰ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਉਣਾ ਪਿਆ। ਉਹਨਾਂ ਕੋਲ ਇਸ ਆਪਣੀ ਦਿੱਕਤ ਨੂੰ ਲੈ ਕੇ ਜਾਣਾ ਪਿਆ ਕਿ ਇਹ ਮੌਤ ਦੇ ਕੱਟ ਹੈ, ਜੋ ਜਿਨ੍ਹਾਂ ਨੂੰ ਆਪਾਂ ਰੋਂਗ ਇਲੀਗਲ ਮੀਡੀਅਨ ਕੱਟਸ ਕਹਿੰਦੇ ਆ, ਜੋ ਕਿ ਲੋਕਾਂ ਨੇ ਆਪਣੇ ਫਾਇਦੇ ਲਈ ਵਿੱਚ ਬਣਾਏ ਹੈ, ਪਲਾਨਡ ਨਹੀਂ ਹੈਗੇ। ਇਹ ਮੌਤ ਦੇ ਕੱਟ ਹੈ ਜਿਨ੍ਹਾਂ ਨੇ ਲੋਕਾਂ ਜਾਨਾਂ ਇੰਨੀਆਂ ਲੈ ਲਈਆਂ। ਇਹ ਸਾਰਾ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਹੋਇਆ। ਉਸ ਤੋਂ ਬਾਅਦ ਹਾਈ ਕੋਰਟ ਨੇ ਸਾਨੂੰ ਸੁਣਿਆ ਤੇ ਇਹ ਆਦੇਸ਼, ਇਹ ਡਾਇਰੈਕਸ਼ਨ ਦਿੱਤੀਆਂ ਕਿ ਜਿਹੜੇ ਵੀ ਰਿਸਪੋਂਡੈਂਟਸ ਹੈ ਇਹਦੇ ਵਿੱਚ, ਉਹ ਆਪਣੀ ਕਮੇਟੀ ਬਣਾਉਣ ਤੇ 2 ਮਹੀਨਿਆਂ ਦੇ ਵਿੱਚ ਇਹ ਕੱਟ ਬੰਦ ਕਰਨ। ਜੇ ਇਹ ਜਿਨ੍ਹਾਂ ਨੂੰ ਇਹ ਡਾਇਰੈਕਸ਼ਨ ਹੋਈ ਹੈ, ਉਹ ਨੇ ਡਾਇਰੈਕਟਰ ਲੋਕਲ ਬੋਡੀਜ਼, ਐਕਸਐਨ ਪੀਡਬਲਿਊਡੀ ਤੇ ਐਨਐਚਏਆਈ ਤੇ ਨਗਰ ਕੌਂਸਲ ਐਗਜ਼ੈਕਟਿਵ ਆਫੀਸਰ ਨੂੰ ਇਹ ਡਾਇਰੈਕਸ਼ਨਸ ਹੋਈਆਂ ਹੈ ਤਾਂ ਕਿ ਇਹ 2 ਮਹੀਨਿਆਂ ਦੇ ਵਿੱਚ ਇਹਨਾਂ ਕੱਟਸ ਨੂੰ ਬੰਦ ਕਰਨ। ਤੇ ਮੈਡਮ, ਤੁਹਾਨੂੰ ਕੋਈ ਪਰੇਸ਼ਾਨੀਆਂ ਆਈਆਂ? ਕਿਹੜੇ ਕੱਟ ਹੈਗੇ ਜਿਹੜੇ ਤੁਹਾਨੂੰ ਲੱਗਦੇ ਆ ਵੀ ਲੋਕਾਂ ਦੀ ਜਾਨ ਲੈਂਦੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਹੋ ਰਿਹਾ? ਜੀ, ਇਹਦੇ ਵਿੱਚ ਆਪਾਂ ਨੇ ਮੈਂਸ਼ਨ ਕੀਤਾ ਸੀਗਾ ਕਿ ਰਾਜਪੁਰਾ ਸ਼ਹਿਰ ਦੇ ਵਿੱਚ ਸੜਕ ਜਿਹੜੀ ਪਟਿਆਲੇ ਵੱਲ ਨੂੰ ਜਾ ਰਹੀ ਆ, ਉਹਦੇ ਤੇ ਬਹੁਤ ਕੱਟ ਨੇ, ਜੋ ਕਿ ਇੱਕ ਤਾਂ ਤੁਸੀਂ ਦਿਖਾਈ ਦਿੱਤਾ ਗੁਰੂ ਨਾਨਕ ਇੰਡਸਟਰੀ ਦਾ ਆਹ ਮੇਨ ਕੱਟ ਜੋ ਸੀਗਾ, ਬੀਕਾਨੇਰ ਸਵੀਟ ਦੇ ਸਾਹਮਣੇ ਜੋ ਕੱਟ ਨੇ, ਹੋਰ ਰਾਜਪੁਰਾ ਜਾਂਦੇ ਹੋਏ ਬਥੇਰੇ ਕੱਟ ਨੇ। ਅਸੀਂ ਨੈਸ਼ਨਲ ਹਾਈਵੇ ਜਿਹੜਾ ਹੈਗਾ ਲੁਧਿਆਣਾ ਅੰਬਾਲਾ ਨੈਸ਼ਨਲ ਹਾਈਵੇ ਤੇ ਜਿਹੜਾ ਈਗਲ ਮੋਟਲ ਦੇ ਸਾਹਮਣੇ, ਮਯੂਰ ਹੋਟਲ ਦੇ ਸਾਹਮਣੇ ਜਿਹੜਾ ਕੱਟ ਹੈ, ਇਹਨਾਂ ਨੇ ਇਲੀਗਲੀ ਦਿੱਤਾ ਹੋਇਆ ਹੈ, ਜੋ ਕਿ ਇੱਕ ਅਣਜਾਣ ਬੰਦਾ ਜਿਹੜਾ ਉਸ ਸੜਕ ਤੋਂ ਲੰਘਦਾ, ਜਿਹਨੂੰ ਕੁਝ ਨਹੀਂ ਪਤਾ ਹੁੰਦਾ ਹੈਗਾ, ਉਹ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ ਉਹਨਾਂ ਕੱਟ ਕਰਕੇ। ਇਹਨਾਂ ਨੂੰ ਮੈਂਸ਼ਨ ਕੀਤਾ ਸੀਗਾ। ਇਹਨਾਂ ਨੂੰ ਸਿਮਰਨ ਢਾਬੇ ਦੇ ਸਾਹਮਣੇ ਜਿਹੜਾ ਕੱਟ ਹੈਗਾ ਉਹਨੂੰ ਮੈਂਸ਼ਨ ਕੀਤਾ ਸੀਗਾ। ਹੋਰ ਬਥੇਰੇ ਕੱਟ ਨੇ ਜੋ ਕਿ ਇਹਦੇ ਅੰਡਰ ਆ ਜਾਂਦੇ ਨੇ, ਜਿਹਦੇ ਵਿੱਚ ਸਾਨੂੰ ਲੀਗਲ ਨੋਟਿਸ, ਇਹਨਾਂ ਨੂੰ ਲੀਗਲ ਨੋਟਿਸ ਤੇ ਡਾਇਰੈਕਸ਼ਨ ਆਈ ਹੈ ਕਿ ਉਹਦੇ ਤੇ ਫੈਸਲਾ ਲਿੱਤਾ ਜਾਵੇ। ਮੈਡਮ, ਆਪਾਂ ਗੁਰੂ ਨਾਨਕ ਮਸ਼ੀਨਰੀ ਟੂਲਸ ਦੇ ਸਾਹਮਣੇ ਖੜੇ ਆ। ਦੇਖੋ, ਉਰੇ ਇੱਕ ਅਸੀਂ ਪਹਿਲਾਂ ਵੀ ਖਬਰ ਜਿਹੜੀ ਨਸ਼ਰ ਕੀਤੀ ਸੀ, ਇਹ ਦੇਖੋ ਉੱਥੇ ਕੱਟ ਹੈ, ਨਾਲ ਦੀ ਨਾਲ ਇਹ ਕੱਟ ਹੈ। ਤੁਹਾਨੂੰ ਕੀ ਲੱਗਦਾ ਹੈ ਇਹ ਨੈਸ਼ਨਲ ਹਾਈਵੇ ਜਾਂ ਸਰਕਾਰਾਂ ਇਨ ਲੋਕਾਂ ਨੂੰ ਕੱਟ ਕਿਉਂ ਦਿੰਦੀਆਂ? ਕਿਆ ਉਹਨਾਂ ਦੀ ਇਹੋ ਜਿਹੀ ਮਜਬੂਰੀ ਹੋ ਜਾਂਦੀ ਹੈ ਵੀ ਇਹਨਾਂ ਨੂੰ ਕੱਟ ਦੇਣੇ ਪੈ ਜਾਂਦੇ ਆ ਇਹਨੇ? ਜੀ, ਜਿਹੜੇ ਤਾਂ ਨਕਸ਼ੇ 'ਚ ਪਲਾਨਡ ਕੱਟ ਹੁੰਦੇ ਨੇ ਉਹਨਾਂ 'ਚ ਇਹ ਨਹੀਂ ਹੈਗਾ, ਇਹ ਇਲੀਗਲ ਹੈ। ਇਹ ਇਲੀਗਲ ਹੈ। ਇਹ ਲੋਕਾਂ ਨੇ ਆਪਣਾ ਪਰਸਨਲ ਬੈਨੀਫਿਟ ਲਈ ਪ੍ਰਸ਼ਾਸਨ ਦੇ ਨਾਲ ਮਿਲ ਕੇ ਇਹ ਕੱਟ ਕੱਟੇ ਹੈ, ਜੋ ਕਿ ਇੱਕ ਦੂਜੇ ਦੀ ਜਾਨ ਦੇ ਨਾਲ ਖਿਡਵਾੜ ਹੋ ਰਿਹਾ ਹੈਗਾ। ਲੋਕਾਂ ਨੂੰ ਲੋਕ ਮਰ ਰਹੇ ਹੈ ਇੱਥੇ। ਇਹ ਪਲਾਨਡ ਨਹੀਂ ਹੈਗਾ ਕੁਝ ਵੀ।
ਮੈਡਮ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਜਿਹੜਾ ਤੁਸੀਂ ਇਹ ਸਮਾਜ ਸੇਵਾ ਦਾ ਕੰਮ ਛੇੜਿਆ ਹੈ, ਦੇਖੋ ਤੁਸੀਂ ਆਪਣੀ ਤਰਫ ਤੋਂ ਖਰਚਾ ਕਰ ਰਹੇ ਹੋ, ਤੁਹਾਨੂੰ ਲੱਗਦਾ ਵੀ ਤੁਹਾਨੂੰ ਕਾਮਯਾਬੀ ਮਿਲੇਗੀ ਤੇ ਇਹੋ ਜਿਹੇ ਅਫਸਰਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਸਖਤ ਕਾਰਵਾਈ ਮਾਨਯੋਗ ਕੋਰਟ ਵੱਲੋਂ ਕੀਤੀ ਜਾਏਗੀ? ਜੀ ਬਿਲਕੁਲ, ਸਾਡੇ ਆਰਡਰ ਦੇ ਵਿੱਚ ਇਹ ਵੀ ਮੈਂਸ਼ਨ ਕੀਤਾ ਹੈ ਕਿ ਜੇ ਇਹਨਾਂ ਅਥਾਰਟੀਜ਼ ਤੇ ਐਕਸ਼ਨ ਵੀ ਲਿੱਤਾ ਜਾਊਗਾ ਜੇ ਇਹ ਕੰਮ ਨਹੀਂ ਕਰਨਗੇ ਤਾਂ। ਇਸ ਵਿੱਚ ਕਾਮਯਾਬੀ ਤਾਂ ਮਿਲੂਗੀ ਜੇ ਤੁਹਾਡਾ ਸਭ ਦਾ ਸਾਥ ਰਹੂਗਾ, ਮੀਡੀਆ ਦਾ ਸਾਥ ਰਹੂਗਾ, ਕਿਉਂਕਿ ਇਹੋ ਜਿਹੇ ਇੱਕ ਮੁੱਦਾ ਨਹੀਂ, ਬਹੁਤ ਮੁੱਦੇ ਹੈ ਜੋ ਕਿ ਆਪਾਂ ਨੇ ਅੱਗੇ ਲੈ ਕੇ ਜਾਣੇ ਹੈ, ਕਿਉਂਕਿ ਪ੍ਰਸ਼ਾਸਨ ਨੇ ਕੁਝ ਨਹੀਂ ਕਰਨਾ ਇਹ ਸਾਨੂੰ ਪਤਾ ਹੈ। ਸਾਡੇ ਇਸ ਵਿੱਚ ਵੀ ਕੁਝ ਨਹੀਂ ਕੀਤਾ ਸੀਗਾ, ਹਾਈ ਕੋਰਟ ਤਾਂ ਆਖਿਰ ਵਿੱਚ ਜਾਣਾ ਹੀ ਪਊਗਾ। ਮੈਡਮ ਤੁਹਾਨੂੰ ਲੱਗਦਾ ਵੀ ਤੁਸੀਂ ਕਿੰਨੇ ਵੱਡੇ ਵੱਡੇ ਮਗਰਮੱਛਾਂ ਨਾਲ ਵੈਰ ਲੈ ਰਹੇ ਹੋ, ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਵੀ ਇਹ ਚੀਜ਼ ਭੁਗਤਣੀ ਪੈ ਸਕਦੀ ਆ? ਇਹ ਚੀਜ਼ ਪਹਿਲਾਂ ਹੀ ਸੋਚ ਕੇ ਪਹਿਲਾਂ ਹੀ ਇਸ ਚੀਜ਼ ਦੀ ਤਿਆਰੀ ਕੀਤੀ ਹੋਈ ਹੈਗੀ ਹੈ। ਜੇ ਡਰ ਹੁੰਦਾ ਤਾਂ ਸ਼ਾਇਦ ਇਹ ਕਦਮ ਨਾ ਚੱਕਦੇ, ਕੋਈ ਡਰ ਨਹੀਂ ਹੈਗਾ, ਮਜ਼ਬੂਤ ਖੜੇ ਆ ਤੇ ਖੜੇ ਰਵਾਂਗੇ। ਠੀਕ ਹੈ ਜੀ ਮੈਡਮ, ਇਹ ਸੀਗੇ ਐਡਵੋਕੇਟ ਸੁਨੈਨਾ ਜੀ, ਜਿਹੜੇ ਮਾਨਯੋਗ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰਦੇ ਆ। ਇਹ ਬਨੂੜ ਤੋਂ ਹੈਗੇ ਤੇ ਇਹਨਾਂ ਨੇ ਜਿਹੜਾ ਬੀੜਾ ਚੱਕਿਆ ਹੈ, ਇਹਨਾਂ ਨੂੰ ਕਾਮਯਾਬੀ ਜ਼ਰੂਰ ਮਿਲੇਗੀ। ਜਿਹੋ ਜੀ ਇਹਨਾਂ ਨੇ ਦੱਸਿਆ ਵੀ ਸਾਨੂੰ ਜਿੰਨੀ ਮਰਜ਼ੀ ਸਿਫਾਰਿਸ਼ਾਂ ਪੈਣ, ਜਿੰਨੀ ਮਰਜ਼ੀ ਧਮਕੀਆਂ ਆਣ, ਲੇਕਿਨ ਇਹ ਕੱਟ ਜਿਹੜੇ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਬੰਦ ਹੋਣਗੇ। ਤੇ ਮੈਂ ਤੁਹਾਨੂੰ